सत श्री अकाल प्यारे बच्चों। तो बेटे तुसी नंबर ऑफ मोल्स फाइंड आउट करने सीख ले होंगे। तो अज का अपना टॉपिक है एम्पीरिकल फार्मूला एंड मॉलिक्यूलर फार्मूला। तो एम्पीरिकल फार्मूला की होंगे बेटे बड़ा इंपॉर्टेंट टॉपिक है, पेपर जिहदे आम ही क्वेश्चन इहदा आ जाता है। एम्पीरिकल फार्मूला की होंगे, देखो एम्पीरिकल फार्मूला वो फार्मूला बेटे ਜਿਹੜਾ ਆਪਾਂ ਨੂੰ ਕਿਸੇ ਵੀ ਮੋਲੀਕਿਊਲ ਦੇ ਐਟਮਸ ਦੀ ਰੇਸ਼ੋ ਦੱਸਦਾ ਹੋਵੇ। ਜਿਵੇਂ ਹੁਣ ਆਪਣੇ ਕੋਲ ਮੋਲੀਕਿਊਲ ਹੈ, ਇਸ ਮੋਲੀਕਿਊਲ ਦੇ ਵਿੱਚ ਹਾਈਡਰੋਜਨ ਤੇ ਆਕਸੀਜਨ ਦੀ ਰੇਸ਼ੋ ਕਿੰਨੀ ਹੈ? ਰੇਸ਼ੋ ਕਿੰਨੀ ਹੈ ਬੇਟੇ? ਇਹਦੇ ਵਿੱਚ 2 ਹਾਈਡਰੋਜਨ ਦੀ 1 ਆਕਸੀਜਨ ਹੈ, ਤਾਂ ਰੇਸ਼ੋ ਕਿੰਨੀ ਹੋਗੀ 2:1। ਇਸੇ ਤਰ੍ਹਾਂ ਹੀ ਕਾਰਬਨ ਡਾਈਆਕਸਾਈਡ ਦੀ ਰੇਸ਼ੋ ਕਿੰਨੀ ਹੈ? ਰੇਸ਼ੋ ਇਹਦੀ ਹੋਗੀ ਬੇਟੇ 1:2, ਕਿਉਂਕਿ ਇੱਕ ਕਾਰਬਨ 2 ਆਕਸੀਜਨ ਹੈਗੀ ਹੈ। ਇਸੇ ਤਰ੍ਹਾਂ ਹੀ ਬੈਂਜ਼ੀਨ ਹੈ C6H6, तो बेंजीन दे विच बेटे कार्बन की ते हाइड्रोजन की रेशो कितनी है? ਇਹਦੀ ਰੇਸ਼ੋ ਬੇਟੇ ਆਪਣੇ ਕੋਲੇ 6:6 ਕਰਕੇ ਸਿੰਪਲ ਰੇਸ਼ੋ ਆਪਾਂ ਵੇਖਣੀ ਹੈ ਤਾਂ 1:1 ਬਣ ਜਾਣੀ। ਮਤਲਬ ਕਿ 1:1 ਦਾ ਮਤਲਬ ਹੈ ਵੀ ਜਿੰਨੇ ਕਾਰਬਨ ਹੈ ਉਹਨੇ ਹਾਈਡਰੋਜਨ ਹੈ। ਇੱਥੇ 1:2 ਦਾ ਮਤਲਬ ਸੀ ਜਿੰਨੇ ਕਾਰਬਨ ਹੈ ਉਦੋਂ ਦੁੱਗਣੇ ਆਕਸੀਜਨ ਹੈ। ਇੱਥੇ 2:1 ਦਾ ਮਤਲਬ ਸੀ ਜਿੰਨੇ ਆਕਸੀਜਨ ਹੈ ਬੇਟੇ ਉਦੋਂ ਦੁੱਗਣੇ ਹਾਈਡਰੋਜਨ ਹੈ, ਜਾਂ ਜਿੰਨੇ ਹਾਈਡਰੋਜਨ ਹੈ ਉਦੋਂ ਅੱਧੇ ਜਿਹੜੇ ਹੈਗੇ ਆ ਆਕਸੀਜਨ ਹੈ। ठीक है, ये जी सिंपल होल नंबर रेशियो दसदा है, उस फार्मूले ने क्या कहते हैं बेटे एम्पीरिकल फार्मूला। इत्थे मैं डेफिनेशन नहीं कराऊंगा, डेफिनेशन किताबां दे दित्ती हुई है, वो तो तुसी कर लेना है। बस सिंपल ऐसे यही कहांगे बेटे एम्पीरिकल फार्मूला इज दैट फार्मूला व्हिच गिव्स द सिंपलेस्ट होल नंबर रेशियो ऑफ द एटम्स प्रेजेंट इन पार्टिकुलर मॉलिक्यूल। ठीक है, ये इस तरह से डिफाइन कर देंगे, प्रॉपर डेफिनेशन तुसी किताब तो कर लेनी हैगी है। इसी तरह एक हुंदा बेटे मॉलिक्यूलर फार्मूला। मॉलिक्यूलर फार्मूले का मतलब की है? मॉलिक्यूलर फार्मूला वो फार्मूला हुंदा बेटे जेड़ा आपां नूं एक्चुअल गिनती दसे। हुण देखो C ते H दी रेशो जेडी इत्थे 1:1 दसदी है, 1:1 मतलब कि CH। ठीक है, इउं भी हो सकदा सीगा C12 ਹੁੰਦੇ H12 ਹੁੰਦੇ, इस तरह भी तो बन सकदा सीगा ना, पर ਜਾਂ C10 ਹੁੰਦੇ H10 ਹੁੰਦੇ, ਇਹਦੀ ਵੀ ਰੇਸ਼ੋ ਤਾਂ 1:1 ਨਹੀਂ ਹੋਗੀ। ਪਰ ਸਾਨੂੰ ਕੀ ਪਤਾ ਇਹ ਬੈਂਜ਼ੀਨ ਹੈ ਜਾਂ ਨੈਫਥਾਲੀਨ ਹੈ ਜਾਂ ਐਂਥਰਾਸੀਨ ਹੈ ਕੀ ਹੈ, ਸਾਨੂੰ ਇਸ ਤਰ੍ਹਾਂ ਨਹੀਂ ਨਾ ਪਤਾ ਲੱਗਦਾ। ਉਹ ਸਾਨੂੰ ਪਤਾ ਲੱਗੂ ਬੇਟਾ ਮੋਲੀਕੂਲਰ ਫਾਰਮੂਲੇ ਤੋਂ। ठीक है, तो मॉलिक्यूलर फार्मूला ने की सानू दसना है? मॉलिक्यूलर फार्मूला गिव्स द एक्चुअल नंबर ऑफ द एटम्स प्रेजेंट इन पार्टिकुलर मॉलिक्यूल। ठीक है, जिवें हम बेंजीन दे विच बेटे बेंजीन दे विच किन्ने कार्बन ने किन्ने हाइड्रोजन ने, ये पार्टिकुलर सानू दसण वास्ते मॉलिक्यूलर फार्मूले दी लोड़ पैंदी है। ठीक है जी, बस इहदे च थोड़ा जिहा फर्क है बेटे। ਇਹਨੇ ਸਾਨੂੰ ਸਿੰਪਲ ਹੋਲ ਨੰਬਰ ਰੇਸ਼ੋ ਦੱਸਣੀ ਹੈ ਵੀ ਜਿੰਨੇ ਕਾਰਬਨ ਹੋਣੇ ਹਾਈਡਰੋਜਨ ਹੈ ਦੀ, ਭਲਾ 10 ਹੋਣ ਭਲਾ ਦੀ 12 ਹੋਣ ਭਲਾ ਦੀ 6 ਹੋਣ, ਜਿੰਨੇ ਮਰਜ਼ੀ ਹੋਣ, ਉਹਦੇ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ। ਪਰ ਮੋਲੀਕੂਲਰ ਫਾਰਮੂਲੇ ਦੇ ਵਿੱਚ ਸਾਨੂੰ ਉਹਨਾਂ ਦੇ ਨੰਬਰ ਦੇ ਨਾਲ ਐਕਚੁਅਲ ਨੰਬਰ ਦੇ ਨਾਲ ਲੈਣਾ ਦੇਣਾ ਹੈ ਵੀ ਐਕਚੁਅਲ ਦੇ ਵਿੱਚੋਂ ਕਿੰਨੇ ਹੈ। ਇਹਦਾ ਮਤਲਬ ਐਮਪੀਰੀਕਲ ਫਾਰਮੂਲੇ ਦੇ ਵਿੱਚ ਤੇ ਮੋਲੀਕੂਲਰ ਫਾਰਮੂਲੇ ਦੇ ਵਿੱਚ ਇੱਕ ਰਿਲੇਸ਼ਨ ਪੈਦਾ ਹੋ ਜਾਂਦਾ ਬੇਟੇ। ਐਮਪੀਰੀਕਲ ਫਾਰਮੂਲਾ ਕੀ ਹੁੰਦਾ ਹੈ, ਮੈਂ ਇੱਥੇ ਪੂਰਾ ਨਹੀਂ ਲਿਖਦਾਗਾ ਬੇਟੇ। ਠੀਕ ਹੈ, ਥੋੜਾ ਜਿਹਾ ਇਦਾਂ ਹੀ ਲਿਖੂੰਗਾ ਮੈਂ। ਐਮਪੀਰੀਕਲ ਫਾਰਮੂਲਾ EF ਲਿਖ ਦੇਣਾ। ਠੀਕ ਹੈ, ਤਾਂ ਕਿ ਮੈਨੂੰ ਸੌਖਾ ਹੋ ਜਾਏ। एक मेरा बोर्ड उस तरह का नाल दिसदा रहूगा। एम्पीरिकल फार्मूला इज इक्वल टू मॉलिक्यूलर फार्मूला इज इक्वल टू n इनटू एम्पीरिकल फार्मूला। ठीक है, ऐसे एम्पीरिकल फार्मूले नु n दे नाल मल्टीप्लाई कर दईए तो साडे कोले मॉलिक्यूलर फार्मूला बन जांदा है। हुण तुसीं सोचदे होवोगे एम्पीरिकल फार्मूला सानू दसदा की हुंदा है, मॉलिक्यूलर फार्मूले दा सानू पता लग गया की हुंदा है, पर जेहड़ी n है ਉਹਦੇ ਬਾਰੇ ਚ ਨਹੀਂ ਸਾਨੂੰ ਦੱਸਿਆ ਗਿਆ ਕਿ n ਕੀ ਹੁੰਦੀ ਹੈ। ਤਾਂ n ਦੇਖੋ ਬੇਟੇ, n ਨੂੰ ਕੱਢਣ ਦਾ ਵੀ ਇੱਕ ਫਾਰਮੂਲਾ ਹੈਗਾ। n ਨੂੰ ਅਸੀਂ ਕਿੱਦਾਂ ਕੱਢ ਸਕਨੇ ਆ? n ਨੂੰ ਕੱਢਣ ਦਾ ਫਾਰਮੂਲਾ ਇਹ ਹੈ n ਮੋਲੀਕੂਲਰ ਮਾਸ। ਠੀਕ ਹੈ, ਜਿੰਨਾ ਵੀ ਜਿਹੜਾ ਵੀ ਸਾਨੂੰ ਮੋਲੀਕੂਲ ਦਿੱਤਾ, ਜਿਵੇਂ ਬੈਂਜ਼ੀਨ ਦਾ ਮੋਲੀਕੂਲ ਦਿੱਤਾ ਤਾਂ ਬੈਂਜ਼ੀਨ ਦਾ ਤੁਹਾਨੂੰ ਮਾਸ ਪਤਾ ਹੋਣਾ ਚਾਹੀਦਾ। ਠੀਕ ਹੈ, ਮੋਲੀਕੂਲਰ ਮਾਸ ਓਵਰ ਐਮਪੀਰੀਕਲ ਫਾਰਮੂਲਾ ਮਾਸ, ਓਵਰ ਐਮਪੀਰੀਕਲ ਫਾर्मूला मास। ठीक है, एम्पीरिकल फार्मूला मास ऊपर बेटे मॉलिक्यूलर मास दे देना, बटे की कर देना ਉਹਦੇ ਆਪਾਂ डिवाइड कर देना एम्पीरिकल फार्मूला मास ਦੇ ਨਾਲ। ਜਦੋਂ ਅਸੀਂ डिवाइड ਕਰਾਂਗੇ ਨਾ ਸਾਡੇ ਕੋਲੇ n ਦੀ ਵੈਲਿਊ ਆ ਜਾਊਗੀ। ਫੋਰ ਐਗਜ਼ਾਮਪਲ ਆਪਾਂ ਬੈਂਜ਼ੀਨ ਦੀ ਗੱਲ ਕਰੀਏ, ਭਲਾ ਦੀ ਸਾਨੂੰ ਉਹਨੇ ਬੈਂਜ਼ੀਨ ਨਹੀਂ ਦੱਸਦਾਗਾ ਵੀ ਬੈਂਜ਼ੀਨ ਦਾ ਮੋਲੀਕੂਲ ਹੈਗਾ ਜਾਂ ਨਹੀਂ ਹੈਗਾ। ਉਹਨੇ ਸਾਨੂੰ ਇਸ ਤਰ੍ਹਾਂ ਨਹੀਂ ਦੱਸਣਾ ਹੈਗਾ, ਉਹਨੇ ਸਾਨੂੰ ਇਦਾਂ ਦੱਸ ਦੇਣਾ ਵੀ ਕਿਸੇ ਕੰਪਾਊਂਡ ਦਾ ਜਿਹੜਾ ਮੋਲੀਕੂਲਰ ਮਾਸ ਹੈ ਜੀ ਉਹ 78 ਹੈਗਾ। ਤੁਸੀਂ ਫਾਈਂਡ ਆਊਟ ਕਰਕੇ ਦਿਖਾਓ ਵੀ ਉਹ ਕਿਹੜਾ ਮੋਲੀਕੂਲ ਹੋਊਗਾ। ਅੱਗੇ ਨੂਮੈਰੀਕਲ ਚ ਮੈਂ ਤੁਹਾਨੂੰ ਸਮਝਾਉਂਗਾ। ਤਾਂ 78 ਦਾ ਮੋਲੀਕੂਲਰ ਮਾਸ ਦੇਤਾ। ਠੀਕ ਹੈ ਜੀ, ਨਾਲ ਤੁਹਾਨੂੰ ਐਲੀਮੈਂਟ ਦੇ ਦੂਗਾ ਵੀ ਉਹਦੇ ਚ ਹਾਈਡਰੋਜਨ ਹੈਗਾ ਤੇ ਕਾਰਬਨ ਹੈਗਾ। ਰੇਸ਼ੋ ਦੱਸ ਦੂਗਾ ਵੀ ਇੰਨੀ ਰੇਸ਼ੋ ਤੁਸੀਂ ਕੱਢ ਵੀ ਸਕਦੇ ਹੈਗੇ। ਤਾਂ ਜਦੋਂ ਤੁਸੀਂ ਰੇਸ਼ੋ ਕੱਢੋਗੇ ਤਾਂ ਉਹ 1:1 ਆਊਗੀ। ਠੀਕ ਹੈ ਜੀ,
ਜਦੋਂ 1:1 ਆਊਗੀ ਤਾਂ ਆਪਾਂ ਨੂੰ ਪਤਾ ਕਾਰਬਨ ਦਾ ਮਾਸ ਕਿੰਨਾ ਹੁੰਦਾ ਬੇਟੇ 12, ਹਾਈਡਰੋਜਨ ਦਾ ਮਾਸ ਕਿੰਨਾ ਹੁੰਦਾ 1, 1 + 12 ਕਿੰਨਾ ਹੋ ਗਿਆ ਬੇਟੇ 13। ਇਹ ਜਿਹੜਾ 13 ਆਇਆ ਨਾ ਇਹ ਐਮਪੀਰੀਕਲ ਫਾਰਮੂਲਾ ਮਾਸ ਹੈ। ਐਮਪੀਰੀਕਲ ਫਾਰਮੂਲਾ ਮਾਸ ਅਸੀਂ ਕਿੱਥੋਂ ਕੱਢਿਆ ਵਾ ਵੀ ਕਿਉਂਕਿ ਅਸੀਂ ਐਮਪੀਰੀਕਲ ਫਾਰਮੂਲਾ ਦਾ 1:1 ਕੱਢ ਲਿਆ ਸੀ ਤੇ CH ਆਇਆ ਸੀ। ਠੀਕ ਹੈ, ਹੁਣ ਜਿਹੜਾ 13 ਆਇਆ ਨਾ ਉਹ ਆਪਾਂ ਇਹਦੇ ਨਾਲ ਡਿਵਾਈਡ ਕਰ ਦਿਆਂਗੇ ਆਪਣੇ ਨਾਲ 78 ਦੇ ਨਾਲ, ਤਾਂ ਇਹਨੂੰ ਜਦੋਂ ਅਸੀਂ ਕੈਂਸਲ ਆਊਟ ਕਰਾਂਗੇ ਤਾਂ ਵੈਲਿਊ ਇਹਦੀ 6 ਆਊਗੀ। ਇਹਦਾ ਮਤਲਬ ਇੱਥੇ n ਦੀ ਵੈਲਿਊ ਕਿੰਨੀ ਆ ਗਈ ਬੇਟੇ 6 ਆ ਗਈ ਹੈ। ਤੇ ਇਸ ਤਰ੍ਹਾਂ ਕਰਕੇ ਜਦੋਂ ਅਸੀਂ ਬੈਂਜ਼ੀਨ ਦਾ ਮੋਲੀਕੂਲਰ ਫਾਰਮੂਲਾ ਕੱਢਣਾ ਹੋਊਗਾ 6 ਦੇ ਨਾਲ ਅਸੀਂ CH ਨੂੰ ਮਲਟੀਪਲਾਈ ਕਰਾਂਗੇ ਤਾਂ C6H6 ਬਣ ਜਾਊਗਾ। ਇਹ ਐਮਪੀਰਿਕ ਮੋਲੀਕੂਲਰ ਫਾਰਮੂਲਾ ਆਫ ਬੈਂਜ਼ੀਨ ਬਣ ਗਿਆ। ਠੀਕ ਹੈ, ਔਰ ਇਹਦੇ ਬੇਸ ਦੇ ਉੱਤੇ ਨੂਮੈਰੀਕਲ ਪੇਪਰ ਦੇ ਵਿੱਚ ਹਰ ਕਿਸ ਆਉਂਦਾ ਹੀ ਆਉਂਦਾ ਬੇਟੇ, ਭਲਾਂ ਦੀ ਕਿਸੇ ਵੀ ਬੋਰਡ ਦਾ ਪੇਪਰ ਹੋਵੇ। ਆਓ ਹੁਣ ਆਪਾਂ ਕਰਦੇ ਹਾਂ ਨੂਮੈਰੀਕਲ। ਹਾਂਜੀ ਬੇਟੇ, ਸਾਡੇ ਕੋਲੇ ਪਹਿਲਾ ਨੂਮੈਰੀਕਲ ਹੈ ਜਿਹੜਾ ਮੈਂ ਦੋ ਨੂਮੈਰੀਕਲ ਕਰਾਉਂਗਾ, ਉਹਨਾਂ ਨਾਲ ਤੁਹਾਨੂੰ ਬਹੁਤ ਸਾਰੇ ਨੂਮੈਰੀਕਲ ਸਮਝ ਲੱਗ ਜਾਣੇ ਨੇ। ਪਹਿਲਾ ਨੂਮੈਰੀਕਲ ਹੈ the molecular mass ਜਾਂ ਫਿਰ ਆਪਾਂ ਕਹਿੰਦੇ ਹਾਂ the molar mass of an organic compound is 78 and its percentage composition is 92.4% carbon and 7.6% hydrogen. Determine the molecular formula of the compound। ਠੀਕ ਹੈ, ਤਾਂ ਅਸੀਂ ਕੰਪਾਊਂਡ ਦਾ ਮੋਲੀਕੂਲਰ ਫਾਰਮੂਲਾ ਜਿਹੜਾ ਹੈਗਾ ਪਤਾ ਕਰਨਾ ਹੈ। ਮੋਲੀਕੂਲਰ ਫਾਰਮੂਲਾ ਦਾ ਕੀ ਬਣਦਾ ਹੈ, ਉਹਦਾ ਸਾਨੂੰ ਉਹਨਾਂ ਨੇ ਬੇਟੇ ਮੋਲਰ ਮਾਸ ਦਿੱਤਾ 78। ਠੀਕ ਹੈ, ਮੋਲਰ ਮਾਸ ਕਿੰਨਾ ਬੇਟੇ 78 ਹੈ, ਔਰ ਪਰਸੈਂਟੇਜ ਕੰਪੋਜੀਸ਼ਨ ਹੈ ਜਿਹੜੀ ਉਹ ਕਾਰਬਨ ਕਿੰਨੇ % ਦਿੱਤਾ ਸਾਨੂੰ 92.4% ਕਾਰਬਨ ਦਿੱਤਾ ਹੈਗਾ, ਔਰ ਹਾਈਡਰੋਜਨ ਕਿੰਨਾ ਦਿੱਤਾ ਬੇਟੇ 7.6% ਹਾਈਡਰੋਜਨ ਦਿੱਤਾ ਹੈ। ਔਰ ਇਹਨੂੰ ਜਿਹੜਾ ਸੋਲਵ ਕਰਨ ਦਾ ਇੱਕ ਬੜਾ ਸੌਖਾ ਜਿਹਾ ਤੇ ਸਰਲ ਜਿਹਾ ਟ੍ਰਿਕ ਤੁਹਾਨੂੰ ਦੱਸ ਦੇਣਾ ਮੈਂ। ਉਹ ਟ੍ਰਿਕ ਦੇ ਨਾਲ ਉਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਹੈਗਾ ਹਰ ਤਰ੍ਹਾਂ ਦੇ ਨੂਮੈਰੀਕਲ ਨੂੰ ਸੋਲਵ ਕਰ ਸਕਦੇ ਆ। ਤਾਂ ਆਪਾਂ ਬੇਟੇ ਇੱਕ ਗ੍ਰਾਫ ਜਿਹਾ ਡਰਾ ਕਰਾਂਗੇ, ਉਸ ਗ੍ਰਾਫ ਦੇ ਅਕੋਰਡਿੰਗ ਆਪਾਂ ਕਰਨਾ ਹੈ। ਤਾਂ ਸਭ ਤੋਂ ਪਹਿਲਾਂ ਡੱਬੇ ਦੇ ਵਿੱਚ ਅਸੀਂ ਲਿਖਣਾ ਐਲੀਮੈਂਟ। ਠੀਕ ਹੈ, ਜਿਹੜੇ ਸਾਨੂੰ ਐਲੀਮੈਂਟਸ ਦਿੱਤੇ ਉਹ ਲਿਖ ਲੈਣੇ। ਕਿਹੜੇ ਕਿਹੜੇ ਐਲੀਮੈਂਟਸ ਦਿੱਤੇ ਬੇਟੇ ਕਾਰਬਨ ਤੇ ਹਾਈਡਰੋਜਨ। ਨੰਬਰ 2 ਦੇ ਉੱਤੇ ਲਿਖਣੀ ਅਸੀਂ ਉਹਦੀ ਪਰਸੈਂਟੇਜ, ਕਿੰਨੀ ਪਰਸੈਂਟੇਜ ਦਿੱਤੀ ਹੈ ਬੇਟੇ ਸਾਨੂੰ ਕਾਰਬਨ ਦਿੱਤਾ ਹੈਗਾ 92.4%। ਠੀਕ ਹੈ ਜੀ, ਇੱਥੇ ਪਰਸੈਂਟ ਲਿਖਣ ਦੀ ਲੋੜ ਨਹੀਂ, ਵੈਸੇ ਸਿੱਧੇ ਲਿਖ ਦੇਣਾ ਤੁਸੀਂ। ਆਹ ਸਾਨੂੰ ਦਿੱਤਾ ਹੈਗਾ 7.6। ਠੀਕ ਹੈ, ਔਰ ਉਸ ਤੋਂ ਅੱਗੇ ਲਿਖਣਾ ਸੀ ਐਟੋਮਿਕ ਮਾਸ। ਉਸ ਤੋਂ ਅੱਗੇ ਸਾਡੇ ਕੋਲ ਕੀ ਕਿਹੜਾ ਡੱਬਾ ਬਣਦਾ ਬੇਟੇ ਐਟੋਮਿਕ ਮਾਸ। ਐਟੋਮਿਕ ਮਾਸ ਕਾਰਬਨ ਦਾ ਕਿੰਨਾ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਬੇਟੇ 12 ਹੁੰਦਾ ਹੈ। ਹਾਈਡਰੋਜਨ ਦਾ ਕਿੰਨਾ ਹੁੰਦਾ ਬੇਟੇ ਆਪਾਂ ਨੂੰ ਪਤਾ ਹੈ 1 ਹੁੰਦਾ ਹੈ। ਉਸ ਤੋਂ ਅੱਗੇ ਲਿਖਣਾ ਸੀ moles of atoms ਦਾ ਨੰਬਰ ਆਫ ਮੋਲਸ ਵੀ ਦੇਖ ਸਕਦੇ ਹਾਂ। moles of atoms ਕਿੰਨੇ ਨੰਬਰ ਆਫ ਮੋਲਸ ਬਣੇ ਐਟਮ ਦੇ। ਠੀਕ ਹੈ, ਕਾਰਬਨ ਦੇ ਕਿੰਨੇ ਮੋਲ ਬਣੇ ਹੈ। ਹੁਣ ਇੱਕ ਧਿਆਨ ਦਿਓ ਬੇਟੇ ਗੱਲ, ਇਸ ਕੰਪਾਊਂਡ ਦੇ ਵਿੱਚ ਸਾਡੇ ਕੋਲ ਨਾ ਇੰਨੇ % ਕਾਰਬਨ, ਮਤਲਬ ਕਿ ਪਰਸੈਂਟ ਹੋਣ ਦਾ ਮਤਲਬ ਵੀ ਇੰਨੇ ਗ੍ਰਾਮ, ਜੇ ਉਹਦਾ 100 ਗ੍ਰਾਮ weight ਲੱਗ ਗਿਆ ਤਾਂ ਉਹਦੇ ਵਿੱਚ ਇੰਨੇ ਗ੍ਰਾਮ ਜਿਹੜਾ ਹੈਗਾ ਕਾਰਬਨ ਹੋਊਗੀ ਤੇ ਇੰਨੇ ਗ੍ਰਾਮ ਉਹਦਾ ਜਿਹੜਾ ਹੈਗਾ ਹਾਈਡਰੋਜਨ ਹੋਊਗਾ, ਜਿੰਨੀ ਉਹਦੀ ਪਰਸੈਂਟੇਜ ਆ। ਠੀਕ ਹੈ, ਔਰ ਅਸੀਂ ਜਦੋਂ ਨੰਬਰ ਆਫ ਮੋਲਸ ਕੱਢਦੇ ਹੁੰਦੇ ਆ ਅਸੀਂ ਇਹੀ ਕੱਢਦੇ ਹੁੰਦੇ ਆ ਹਮੇਸ਼ਾ ਗਿਵਨ weight ਓਵਰ ਮੋਲੀਕੂਲਰ ਮਾਸ। ਤਾਂ ਗਿਵਨ weight ਸਾਡੇ ਕੋਲ ਕੀ ਹੈ, ਜਿਹੜੀ ਉਹਦੀ ਪਰਸੈਂਟੇਜ ਦਿੱਤੀ ਉਹੀ ਇੱਕ ਹਿਸਾਬ ਨਾਲ ਆਪਣਾ ਗਿਵਨ weight ਹੈਗਾ 92.4/12। ਠੀਕ ਹੈ, ਔਰ 7.6/1, ਮਤਲਬ ਕਿ ਪਰਸੈਂਟੇਜ ਦੇ ਡਿਵਾਈਡ ਅਸੀਂ ਐਟੋਮਿਕ ਮਾਸ ਨੂੰ ਕਰ ਦੇਣਾ। ਠੀਕ ਹੈ, ਇਹ ਸਟੈਪ ਤੁਸੀਂ ਚੰਗੀ ਤਰ੍ਹਾਂ ਨੋਟ ਕਰ ਲੈਣਾ ਔਰ ਇਹਨੂੰ ਕੈਲਕੂਲੇਟ ਕਰ ਲੈਣਾ ਬੇਟੇ। ਇਹ 7.6 ਹੀ ਆ ਜਾਊਗਾ, ਐਂਡ ਜੇ ਤੁਸੀਂ ਕੈਂਸਲ ਆਊਟ ਕਰੋਗੇ ਤਾਂ ਤੁਹਾਡੇ ਕੋਲੇ 7.7 ਆ ਜਾਣਾ। ਕਿੰਨਾ ਆ ਜਾਣਾ ਬੇਟੇ ਤੁਸੀਂ ਸਾਡੇ ਕੋਲੇ 7.7 ਆ ਜਾਊਗਾ। ਠੀਕ ਹੈ, ਔਰ ਉਸ ਤੋਂ ਅੱਗੇ ਤੁਸੀਂ ਲਿਖੋਗੇ ਮੋਲ ਰੇਸ਼ੋ। ਮੋਲ ਰੇਸ਼ੋ ਨੂੰ ਬੇਟੇ ਤੁਸੀਂ ਐਟੋਮਿਕ ਰੇਸ਼ੋ ਵੀ ਲਿਖ ਸਕਦੇ। ਕਈ ਕਿਤਾਬਾਂ ਦੇ ਵਿੱਚ ਐਟੋਮਿਕ ਰੇਸ਼ੋ ਲਿਖਿਆ ਹੁੰਦਾ ਹੈ, ਕਈਆਂ ਦੇ ਵਿੱਚ ਬੇਟੇ ਆਪਣੇ ਕੋਲੇ ਮੋਲ ਰੇਸ਼ੋ ਲਿਖਿਆ ਹੁੰਦਾ। ਠੀਕ ਹੈ, ਐਟੋਮਿਕ ਰੇਸ਼ੋ ਵੀ ਲਿਖ ਸਕਦੇ ਹਾਂ। ਹੁਣ ਇਹ ਸਟੈਪ ਤੁਹਾਨੂੰ ਚੰਗੀ ਤਰ੍ਹਾਂ ਸਮਝਣ ਵਾਲਾ ਵਾ, ਇਹ ਕਿਤੋਂ ਵੀ ਹੋਰ ਤੁਹਾਨੂੰ ਪਤਾ ਨਹੀਂ ਲੱਗਣਾਗਾ, ਇਸ ਕਰਕੇ ਇਹਨੂੰ ਚੰਗੀ ਤਰ੍ਹਾਂ ਦੇਖੋ ਕੀ ਹੁੰਦਾ ਇਹਦਾ। ਐਟੋਮਿਕ ਰੇਸ਼ੋ ਦਾ ਮਤਲਬ ਕੀ ਹੈ, ਇਹਨਾਂ ਦੇ ਵਿੱਚੋਂ ਜਿੰਨੇ ਅਸੀਂ ਕੱਢੇ ਆ ਨਾ ਨੰਬਰ ਆਫ ਮੋਲਸ ਕੱਢੇ ਆ, ਉਹਨਾਂ ਦੇ ਵਿੱਚੋਂ ਸਭ ਤੋਂ ਛੋਟਾ ਦੇਖ ਲਓ ਕਿਹੜਾ। ਇੱਥੇ ਆਪਣੇ ਕੋਲ ਇੱਕ 7.7 ਤੇ ਇੱਕ 7.6 ਹੈ। ਜਿਹੜਾ ਸਭ ਤੋਂ ਛੋਟਾ ਹੋਇਆ ਨਾ ਉਹਨੂੰ ਸਾਰਿਆਂ ਦੇ ਨਾਲ ਡਿਵਾਈਡ ਕਰ ਦੇਣਾ ਬੇਟੇ, ਜਿਹੜਾ ਸਭ ਤੋਂ ਛੋਟਾ ਹੋਇਆ। ਠੀਕ ਹੈ, 7.6 ਸਭ ਤੋਂ ਛੋਟਾ ਸੀਗਾ ਤੇ 7.6 ਨੂੰ ਸਭ ਦੇ ਨਾਲ ਡਿਵਾਈਡ ਕਰ ਦਿਓ। ਇਹ 7.6 ਨੂੰ 7.6 ਦੇ ਨਾਲ ਡਿਵਾਈਡ ਕੀਤਾ ਤਾਂ 1 ਆ ਗਿਆ। 7.6 ਨੂੰ 7.7 ਦੇ ਨਾਲ ਕਰਾਂਗੇ ਤਾਂ ਆਪਣੇ ਕੋਲ 101 ਆ ਜਾਊਗਾ। ਠੀਕ ਹੈ, 1.01 ਆ ਜਾਣਾ ਹੈਗਾ। ਹੁਣ ਅਗਲਾ ਜਿਹੜਾ ਆਪਾਂ ਡੱਬਾ ਬਣਾਉਣਾ ਉਹ ਬਣਾਉਣਾ ਸੀ ਸਿੰਪਲੈਸਟ ਹੋਲ ਨੰਬਰ ਰੇਸ਼ੋ। ਸਿੰਪਲੈਸਟ ਜਾਂ ਕੱਲਾ ਲੈ ਲਓ ਸਿੰਪਲ ਹੋਲ ਨੰਬਰ ਰੇਸ਼ੋ। ਸਿੰਪਲ ਹੋਲ ਨੰਬਰ ਰੇਸ਼ੋ ਦਾ ਮਤਲਬ ਕੀ ਹੈ ਬੇਟੇ, ਆਪਾਂ ਪਹਿਲਾਂ ਹੀ ਗੱਲਾਂ ਕਰਦੇ ਆਏ ਆ ਵੀ ਉਹ ਪੁਆਇੰਟ ਦੇ ਵਿੱਚ ਨਹੀਂ ਹੋਣੀ ਚਾਹੀਦੀ। ਆ ਦੇਖੋ ਹੁਣ 1.01 ਅਸੀਂ 1 ਲਿਖ ਸਕਦੇ ਆ, ਤੁਸੀਂ ਇਹਨੂੰ 1 ਲਿਖ ਲਓ। ਠੀਕ ਹੈ, ਆਹ ਤਾਂ 1 ਹੈਗਾ ਹੀ ਹੈਗਾ, ਇਹਨੂੰ 1 ਲਿਖ ਲਓ। ਤਾਂ ਇਹ ਜਿਹੜੀ ਰੇਸ਼ੋ ਆ ਗਈ ਨਾ ਬੇਟੇ, ਇਹ ਰੇਸ਼ੋ ਇਹਨਾਂ ਐਲੀਮੈਂਟਸ ਦੀ ਹੋਊਗੀ, ਕਾਰਬਨ ਦੀ ਤੇ ਹਾਈਡਰੋਜਨ ਦੀ ਰੇਸ਼ੋ ਹੈ।
बस इसे रेशो ਨੂੰ ਅਸੀਂ ਕੀ ਕਹਿ ਦਿੰਦੇ ਆ ਤਾਂ ਐਮਪੀਰੀਕਲ ਫਾਰਮੂਲਾ ਕਹਿ ਦਿੰਦੇ ਆ। ਤਾਂ ਹੁਣ ਸਾਡੇ ਕੋਲ ਐਮਪੀਰੀਕਲ ਫਾਰਮੂਲਾ ਬਣ ਗਿਆ ਵੀ ਕੀ ਬਣ ਗਿਆ ਵੀ ਐਮਪੀਰੀਕਲ ਫਾਰਮੂਲਾ 1:1 ਬਣਿਆ। ਇਸ ਕਰਕੇ ਅਸੀਂ ਲਿਖ ਦਾਂਗੇ C/H = CH। ਕੀ ਲਿਖ ਦਾਂਗੇ ਬੇਟੇ ਇਹਨੂੰ ਆਪਾਂ CH। ਮੇਰੇ ਖਿਆਲ ਦੇ ਵਿੱਚ ਇੱਥੇ ਤੱਕ ਦਿਸਦਾ ਹੋਊਗਾ ਠੀਕ ਹੈ। ਤਾਂ ਜੇਕਰ ਨਾ ਦਿਸਦਾ ਹੋਵੇ ਮੈਂ ਤਾਂ ਕੋਈ ਨਹੀਂ ਉੱਪਰ ਕਰ ਦੂੰਗਾ। ਫਿਲਹਾਲ ਮੈਨੂੰ ਲੱਗਦਾ ਕੰਮ ਚੱਲਦਾ। ਇਸ ਤੋਂ ਅੱਗੇ ਤਾਂ ਵੈਸੇ ਆਪਾਂ ਨੂੰ ਪਤਾ ਹੀ ਹੈਗਾ। ਹੁਣ ਤੁਸੀਂ ਐਮਪੀਰੀਕਲ ਫਾਰਮੂਲਾ ਤਾਂ ਕੱਢ ਲਿਆ ਤਾਂ ਹੁਣ ਤੁਸੀਂ ਕੀ ਕੱਢਣਾ ਬੇਟੇ ਐਮਪੀਰੀਕਲ ਫਾਰਮੂਲਾ ਮਾਸ। ਮੈਂ ਇੱਥੇ ਪੂਰਾ ਨਹੀਂ ਲਿਖਦਾ ਸਿੱਧਾ EFM ਲਿਖ ਦਿੰਦਾ। EFM ਦਾ ਮਤਲਬ ਤੁਸੀਂ ਸਮਝ ਤੁਸੀਂ ਪੂਰਾ ਲਿਖਣਾ ਠੀਕ ਹੈ। ਮੇਰੀ ਥੋੜੀ ਜਿਹੀ ਮਜਬੂਰੀ ਹੈ। ਐਮਪੀਰੀਕਲ ਫਾਰਮੂਲਾ ਮਾਸ। ਐਮਪੀਰੀਕਲ ਫਾਰਮੂਲਾ ਮਾਸ ਮਤਲਬ ਕਾਰਬਨ ਪਲੱਸ ਹਾਈਡਰੋਜਨ ਦਾ ਮਾਸ। ਇੱਕ ਕਾਰਬਨ ਦਾ ਮਾਸ ਕਿੰਨਾ ਹੁੰਦਾ 12, ਹਾਈਡਰੋਜਨ ਦਾ ਕਿੰਨਾ ਹੁੰਦਾ ਬੇਟੇ 1 ਹੁੰਦਾ = 13। ਐਮਪੀਰੀਕਲ ਫਾਰਮੂਲਾ ਮਾਸ ਕਿੰਨਾ ਆ ਗਿਆ ਬਈ 13 ਆ ਗਿਆ। ਤੇ ਮੋਲੀਕੂਲਰ ਮਾਸ ਸਾਨੂੰ ਕਿੰਨਾ ਦਿੱਤਾ ਸੀਗਾ 78 ਦਿੱਤਾ ਸੀਗਾ ਠੀਕ ਹੈ ਜੀ। ਤਾਂ ਹੁਣ ਤੁਹਾਨੂੰ ਪਤਾ ਬੇਟੇ n ਦੀ ਵੈਲਿਊ ਕੱਢਣ ਦਾ ਫਾਰਮੂਲਾ ਮੈਂ ਲਿਖਾਇਆ ਸੀ ਉੱਥੇ ਠੀਕ ਹੈ। ਤੁਹਾਨੂੰ ਥੱਲੇ ਦੱਸਣਾ ਨਹੀਂ ਤਾਂ ਕਰਕੇ ਮੈਂ ਥੱਲੇ ਲਿਖ ਨਹੀਂ ਰਿਹਾ ਹੈਗਾ ਤੇ ਤੁਸੀਂ ਫਾਰਮੂਲਾ ਜਿਹੜਾ ਪਿੱਛੋਂ ਨੋਟ ਕਰ ਲੈਣਾ। मैं वैसे बोल देना फार्मूला बेटे। फार्मूला सीगा अपने कोले मॉलिक्यूलर मास ओवर एम्पिरिकल फार्मूला मास। तो मॉलिक्यूलर मास कितना दिता उन्होंने 78 एंड एम्पिरिकल फार्मूला मास कितना साडे कोले ਅਸੀਂ फाइंड आउट ਕੀਤਾ ਤਾਂ 13 कैंसल आउट करांगे तो साडे कोले आ जाना बेटे 6। n ਦੀ वैल्यू कितनी आ गई 6। और मॉलिक्यूलर फार्मूला ਕੀ ਹੁੰਦਾ ਵਾ ਤੁਹਾਨੂੰ ਪਤਾ ਹੈ। मॉलिक्यूलर फार्मूला = n * एम्पिरिकल फार्मूला ठीक है। n ਦੀ वैल्यू ਸਾਡੇ ਕੋਲ 6 ਹੈ। एम्पिरिकल फार्मूला CH है। इस करके ਜਿਹੜਾ ਸਾਡੇ ਕੋਲ ਗਿਵਨ ਕੰਪਾਊਂਡ ਆਇਆ ਉਹ C6H6 ਬਣਿਆ। ਦੇਖੋ 6 ਨੂੰ ਅਸੀਂ ਉਹਦੇ ਵੀ ਪੈਰ ਚਲਾ ਦੇਣਾ। ਉਹਦੇ ਮਤਲਬ ਜਿਹੜੀ ਮਲਟੀਪਲਾਈ ਕੀਤੀ ਚੀਜ਼ ਨੂੰ ਅਸੀਂ ਉਹਨਾਂ ਦੇ ਪੈਰਾਂ ਦੇ ਵਿੱਚ ਲਾ ਦੇਣਾ। ਤਾਂ C6H6 ਸਾਡੇ ਕੋਲ ਜਿਹੜਾ ਗਿਵਨ ਮੋਲੀਕੂਲ ਸੀਗਾ ਨਾ ਉਹ ਮਿਲ ਗਿਆ ਹੈਗਾ। ਇਹ ਕੀ ਹੈ ਬੇਟੇ ਇਸ ਕਰਕੇ ਅਸੀਂ ਫਾਈਂਡ ਆਊਟ ਕਰ ਲਾਂਗੇ ਵੀ ਜਿਹੜਾ ਫਾਰਮੂਲਾ ਆਫ ਦੀ ਗਿਵਨ ਕੰਪਾਊਂਡ ਇਜ਼ C6H6 that is benzene ठीक है। इस तरह हम ਆਪਾਂ ਅਗਲਾ ਨੂਮੈਰੀਕਲ ਕਰਦੇ ਹਾਂ। ਅੱਛਾ ਬੇਟੇ ਸਾਡਾ ਅਗਲਾ ਨੂਮੈਰੀਕਲ ਹੈ ਸਾਨੂੰ ਕਹਿੰਦੇ ਨੇ an organic compound gives percentage composition as carbon। ਕਾਰਬਨ ਕਿੰਨਾ ਦਿੱਤਾ ਬੇਟੇ ਸਾਨੂੰ 57.8%, ਹਾਈਡਰੋਜਨ is 3.6% and rest is oxygen। ਹੁਣ ਦੇਖੋ ਸਾਨੂੰ ਦੋਵਾਂ ਦੀ ਪਰਸੈਂਟੇਜ ਦਿੱਤੀ ਹੈ ਤੇ ਤੀਸਰਾ ਆਕਸੀਜਨ ਸਾਨੂੰ ਬਿਨਾਂ ਪਰਸੈਂਟੇਜ ਤੋਂ ਦਿੱਤਾ ਤਾਂ ਉਹਦੀ ਪਰਸੈਂਟੇਜ ਅਸੀਂ ਆਪ ਕੱਢਾਂਗੇ। किस तरह कटांगे बेटे देखो सानू पता है टोटल कितने परसेंट होता है टोटल 100% होता है। मतलब कि जिन्ना इन्हां दोनों दे परसेंटेज दा सम आऊगा ਉਹਨੂੰ ਅਸੀਂ 100 ਦੇ ਵਿੱਚੋਂ ਮਾਈਨਸ ਕਰ ਦੇਂਗੇ ਤੇ ਸਾਡੇ ਕੋਲੇ ਆਕਸੀਜਨ ਦੀ ਪਰਸੈਂਟੇਜ ਜਿਹੜੀ ਹੈਗੀ ਹੈ ਉਹ ਆ ਜਾਣੀ ਹੈ। ਔਰ ਉਸ ਤੋਂ ਅੱਗੇ ਸਾਨੂੰ ਦਿੱਤੇ ਹੈਗੇ ਬੇਟੇ वेपर डेंसिटी ऑफ द कंपाउंड इज 83 ठीक है। वेपर डेंसिटी ਸਾਨੂੰ ਕਿੰਨੀ ਦਿੱਤੀ ਹੈ ਬੇਟੇ 83 ਦਿੱਤੀ ਹੈ। ਤਾਂ ਫਾਈਂਡ ਆਊਟ ਕਰਨ ਵਾਸਤੇ ਸਾਨੂੰ ਦਿੱਤਾ ਮੋਲੀਕੂਲਰ ਫਾਰਮੂਲਾ। ਦੇਖੋ ਸਾਨੂੰ मॉलिक्यूलर फार्मूले वास्ते जरूरी लोड पैंदी सी n दी। n ਨੂੰ ਕੱਢਣ ਵਾਸਤੇ ਸਾਨੂੰ ਬੇਟੇ ਮੋਲੀਕੂਲਰ ਮਾਸ ਦੀ ਲੋਡ ਪੈਂਦੀ ਸੀ। ਇੱਥੇ ਮੋਲੀਕੂਲਰ ਮਾਸ ਇਹਨਾਂ ਨੇ ਨਹੀਂ ਦਿੱਤਾ। ਇੱਥੇ ਇਹਨਾਂ ਨੇ ਕੀ ਦਿੱਤਾ ਬੇਟੇ ਸਾਨੂੰ वेपर डेंसिटी ਦਿੱਤੀ ਹੈ। ਤਾਂ ਮੈਂ ਬੇਟੇ ਤੁਹਾਨੂੰ ਇੱਕ ਹਿੰਟ ਦੇ ਦੇਵਾਂ ਵੀ वेपर डेंसिटी ਤੋਂ ਮੋਲੀਕੂਲਰ ਮਾਸ ਕੱਢਣ ਦਾ ਇੱਕ ਫਾਰਮੂਲਾ ਹੁੰਦਾ ਹੈ ਵੀ ਜੇਕਰ ਅਸੀਂ वेपर डेंसिटी ਨੂੰ ਡਬਲ ਕਰ ਦਈਏ ਨਾ 2 ਦੇ ਨਾਲ ਮਲਟੀਪਲਾਈ ਕਰ ਦਈਏ ਤਾਂ ਸਾਡੇ ਕੋਲ ਉਹ ਮੋਲੀਕੂਲਰ ਮਾਸ ਆ ਜਾਂਦਾ ਹੈ। ਇਹ ਵੀ ਅਸੀਂ ਬੇਟੇ ਉਸੇ ਤਰ੍ਹਾਂ ਹੀ ਫਾਈਂਡ ਆਊਟ ਕਰਾਂਗੇ। ਉਹੀ ਗ੍ਰਾਫ ਬਣਾ ਲੈਂਦਾ ਮੈਂ ਇਹਨੂੰ ਪੂਰਾ ਨਹੀਂ ਸੋਲਵ ਕਰਾਂਗਾ ਬਸ ਸਿਰਫ ਹਿੰਟ ਹੀ ਦੇਵਾਂਗਾ ਵੀ ਅਸੀਂ ਕਾਰਬਨ ਲਿਖ ਲਿਆ, ਹਾਈਡਰੋਜਨ ਲਿਖ ਲਿਆ ਔਰ ਆਕਸੀਜਨ ਲਿਖ ਲਿਆ। ਤਿੰਨ ਐਲੀਮੈਂਟ ਦਿੱਤੇ ਸੀ। ਪਰਸੈਂਟੇਜ ਲਿਖ ਲੈਣੀ ਹੈ ਬੇਟੇ ਅਸੀਂ 57.8 ਲਿਖ ਲਾਂਗੇ, 3.6 ਲਿਖ ਲਾਂਗੇ ਔਰ ਇਹਨਾਂ ਦੋਨਾਂ ਦਾ ਸਮ ਕਰਕੇ 100 ਦੇ ਵਿੱਚੋਂ ਘਟਾ ਕੇ ਜਿੰਨਾ ਆਊਗਾ ਉਹ ਇੱਥੇ ਲਿਖ ਲਾਂਗੇ। ਉਹ ਮੇਰੇ ਖਿਆਲ ਦੇ ਵਿੱਚ 36 ਪੁਆਇੰਟ ਕੁਝ ਇਸ ਤਰ੍ਹਾਂ ਦਾ ਬਣੂਗਾ ठीक है। जो जितना भी बनूगा वो तुसी कैलकुलेट कर लेना, मैं तुहानू कैलकुलेट नहीं करके दिखाऊंगा। और इत्थे एटॉमिक मास रख लेने ने, कार्बन का रख लांगे बेटे, हाइड्रोजन का लिख लिया अपने कोल 1 है, ऑक्सीजन का साडे कोल 16 है मोल ठीक है। नंबर ऑफ मोल जिहड़े है आपां एटम दे कटने हैं चलो मैं माड़ा सॉल्व करवाई दिंदा। 100 माइनस 57.8 माइनस 3.6 तो 38.6 आ गया ठीक है। तो मोल्स ऑफ एटम ਆਪਾਂ ਕਿਵੇਂ ਕੱਢੇ ਸੀ ਬੇਟੇ ਆਪਾਂ ਕਹਿੰਦੇ ਸੀ ਜਿੰਨੀ ਪਰਸੈਂਟੇਜ ਬਣਦੀ ਹੈ ਉਹਨੂੰ ਇਹਦੇ ਨਾਲ ਡਿਵਾਈਡ ਕਰਨਾ ਸੀਗਾ ਨਾ। ਤਾਂ 57 ਜਿਹਨੇ ਯਾਰ ਨੂਮੈਰੀਕਲ ਕਰ ਲੈਣਾ ਬੇਟੇ ਨੂੰ ਸਾਰੇ ਨੂਮੈਰੀਕਲ ਆ ਜਾਂਦੇ ਨੇ। ਥੋੜਾ ਨੂਮੈਰੀਕਲ ਸਾਰਿਆਂ ਨਾਲੋਂ ਟਫ ਹੈਗਾ ਮੈਂ ਤਾਂ ਹੀ ਚਲੋ ਇੱਕ ਸਾਰਾ ਸੌਲਵ ਵੀ ਕਰਵਾ ਦਿੰਦਾ। ਤਾਂ ਇੱਥੇ ਆ ਗਿਆ ਬੇਟੇ 4.81 ਠੀਕ ਹੈ। 816 ਲਾਉਣ ਲਾਉ ਨਹੀਂ ਤਾਂ ਲੋੜ ਨਹੀਂ। ਇਹਨੂੰ ਆਪਾਂ ਕੈਲਕੂਲੇਟ ਕਰਾਂਗੇ ਤਾਂ ਸਿੱਧਾ ਹੀ ਆ ਜਾਣਾ ਵਾ 3.6 ਦੇ ओवर 1 करांगे तो 3.6 ही आ जाना है। और 38.6 ਦੇ ओवर जब आप करना है
डिवाइडेड बाय 16 करांगे ਆਪਾਂ ਤਾਂ ਸਾਡੇ ਕੋਲੇ 2.41 ਆ ਗਿਆ। ਕਿੰਨਾ ਆ ਗਿਆ ਬੇਟੇ ਸਾਡੇ ਕੋਲੇ 2.41। ਇੱਥੇ 6 ਸੀਗਾ 6 ਨੂੰ ਇੱਧਰ ਕਰਕੇ 2 ਵੀ ਬਣਾ ਸਕਦੇ ਹਾਂ। ਠੀਕ ਹੈ ਜੀ। ਤਾਂ ਹੁਣ ਤੁਸੀਂ ਇਹਦਾ ਆਪਾਂ ਕੀ ਫਾਈਂਡ ਆਊਟ ਕਰਨਾ ਸੀਗਾ ਬੇਟੇ ਮੋਲੀਕੂਲਰ ਜਿਹੜੀ ਹੈ ਮੋਲ ਰੇਸ਼ੋ ਫਾਈਂਡ ਆਊਟ ਕਰਨੀ ਸੀ ਜਾਂ ਐਟੋਮਿਕ ਰੇਸ਼ੋ ਜਿਹਨੂੰ ਆਪਾਂ ਕਹਿੰਦੇ ਸੀ। ਉਹ ਤੁਹਾਨੂੰ ਕਰਨ ਦਾ ਤਰੀਕਾ ਦੱਸਿਆ ਸੀ ਵੀ ਇਹਨਾਂ ਦੇ ਵਿੱਚੋਂ ਸਭ ਤੋਂ ਛੋਟਾ ਦੇਖ ਲਓ ਕਿਹੜਾ ਸਭ ਤੋਂ ਛੋਟਾ ਕੀ ਹੈ ਬੇਟੇ 2.4। ਤਾਂ 2.4 ਨੂੰ ਆਪਾਂ ਜਦੋਂ 4.8 ਦੇ ਨਾਲ ਕਰਾਂਗੇ ਠੀਕ ਹੈ ਦੇਖੋ ਕਿੰਨਾ ਬਣੂਗਾ ਬੇਟੇ 4.8 16 over 2.41 ਤਾਂ ਆਪਣੇ ਕੋਲੇ 1.99 ਬਣਦਾ ਜਿਹਨੂੰ ਆਪਾਂ 1.999 ਨੂੰ ਆਪਾਂ 2 ਲਿਖ ਸਕਦੇ ਹਾਂ। ਠੀਕ ਹੈ ਮੋਟੀ ਜੀ ਗੱਲ ਹੈ 2 ਲਿਖ ਲਓ ਕੋਈ ਚੱਕਰ ਨਹੀਂ। ਔਰ ਜਦੋਂ ਅਸੀਂ ਇਹਦੇ ਨਾਲ ਡਿਵਾਈਡ ਕਰਾਂਗੇ ਬੇਟੇ 3.6 over 2.4 ਕਰਾਂਗੇ ਨਾ ਇਹਨਾਂ ਸਾਰਿਆਂ ਨੂੰ ਉਦਾਂ ਕਰਨਾ ਹੈ। ਤੁਸੀਂ ਕਰਕੇ ਦਿਖਾ ਵੀ ਸਕਦੇ ਹੋ ਭਾਵੇਂ 4.8 over 2.4 ਲਾ ਲਓ फिर 3.6 over 2.4 ला लो फिर 2.4 over 2.4 ला लो मतलब ਜਿਹੜਾ ਸਭ ਤੋਂ ਛੋਟਾ ਹੋਇਆ ਉਹਨੂੰ ਸਾਰਿਆਂ ਦੇ ਨਾਲ ਡਿਵਾਈਡ ਕਰ ਦੇਣਾ ਸੀ। ਠੀਕ ਹੈ ਜੀ। ਤਾਂ ਇਹਦੀ ਵੈਲਿਊ ਆਊਗੀ ਬੇਟੇ 2 ਇਹਦੀ ਵੈਲਿਊ ਆਊਗੀ 1.49 ਇਹਦੀ ਵੈਲਿਊ ਆਊਗੀ 1। ਠੀਕ ਹੈ ਜੀ। ਹੁਣ ਦੇਖੋ ਇੱਥੇ ਸਿੰਪਲੈਸਟ ਹੋਲ ਨੰਬਰ ਰੇਸ਼ੋ ਲਿਖਣ ਵਾਸਤੇ ਮੈਂ ਤੁਹਾਨੂੰ ਕਿਹਾ ਸੀ ਅੱਗੇ ਵੀ ਜਿਹਦੇ ਨੇੜੇ ਤੇੜੇ ਜਿਹਦੀ ਗੱਲ ਹੋਈ ਆਪਾਂ ਉਹਨੂੰ ਲਿਖਦੇ ਨੇ। ਹੁਣ 2 ਲਿਖ ਸਕਦੇ ਹਾਂ 1 ਵੀ 1 ਲਿਖ ਸਕਦੇ ਹਾਂ। ਆ ਜਿਹੜਾ 1.49 ਆ ਨਾ ਬੇਟੇ ਨਾ ਤਾਂ ਇਹਨੂੰ 1 ਲਿਖਿਆ ਜਾ ਸਕਦਾ ਨਾ ਇਹਨੂੰ ਬੇਟੇ 2 ਲਿਖਿਆ ਜਾ ਸਕਦਾ ਇਹ ਅੱਧ ਵਿਚਾਲੇ ਹੈਗਾ ਬਿਲਕੁਲ ਵਿਚਕਾਰ ਆ ਗਿਆ। ਜਦੋਂ ਇਸ ਤਰ੍ਹਾਂ ਦਾ ਕੇਸ ਆ ਜੇ ਨਾ ਤਾਂ ਉਦੋਂ ਸਾਰੀਆਂ ਰਕਮਾਂ ਨੂੰ ਡਬਲ ਕਰ ਦਈਦਾ। ਇਹਨੂੰ ਜਦੋਂ ਆਪਾਂ ਡਬਲ ਕਰਾਂਗੇ ਬੇਟੇ ਵੇਖੋ 1.5 ਅਪਰੋਕਸੀਮੇਟਲੀ ਇਹਨੂੰ ਡਬਲ ਕਰਾਂਗੇ ਤਾਂ ਆਪਣੇ ਕੋਲੇ 3 ਬਣ ਸਕਦਾ ਨਾ 3 ਡਬਲ ਕਰਕੇ। ਜੇ ਇਹਨੂੰ ਡਬਲ ਕੀਤਾ ਬੇਟੇ ਆਪਾਂ ਤਾਂ ਫਿਰ ਸਾਨੂੰ ਸਾਰਿਆਂ ਨੂੰ ਡਬਲ ਕਰਨਾ ਪਊਗਾ। ਇਹਨੂੰ ਵੀ ਡਬਲ ਕਰਾਂਗੇ ਤੇ ਆਏਗਾ 4 ਇਹਨੂੰ ਵੀ ਡਬਲ ਕਰਾਂਗੇ ਤੇ ਆਏਗਾ 2। ਤਾਂ ਇਹ ਜਿਹੜੀ ਰੇਸ਼ੋ ਆਈ ਹੈ ਨਾ ਬੇਟੀ 4:3:2 ਤਾਂ ਇਹ ਰੇਸ਼ੋ ਜਿਹੜੀ ਇਹਨਾਂ ਐਲੀਮੈਂਟਸ ਦੀ ਹੋਊਗੀ ਤਾਂ ਇਹਦਾ ਐਮਪੀਰੀਕਲ ਫਾਰਮੂਲਾ ਨਿਕਲ ਆਇਆ। ਐਮਪੀਰੀਕਲ ਫਾਰਮੂਲਾ ਕੀ ਆ ਗਿਆ ਬੇਟੇ ਐਮਪੀਰੀਕਲ ਫਾਰਮੂਲਾ is equal to C4H3O2 C4H3O2 ਆ ਗਿਆ। ਠੀਕ ਹੈ। ਹੁਣ ਅਸੀਂ ਫਾਈਂਡ ਆਊਟ ਕਰਨੀ ਹੈ ਮਤਲਬ ਮੋਲੀਕੂਲਰ ਮਾਸ ਜਾਂ ਮੋਲਰ ਮਾਸ। ਮੋਲਰ ਮਾਸ ਕੀ ਹੁੰਦਾ ਬਈ ਮੋਲਰ ਮਾਸ ਤੁਹਾਨੂੰ ਮੈਂ ਦੱਸਿਆ ਹੈਗਾ 2 into वेपर डेंसिटी ਹੁੰਦਾ ਹੈ। ਠੀਕ ਹੈ। ਔਰ वेपर डेंसिटी ਸਾਨੂੰ ਦਿੱਤੀ ਹੋਈ ਹੈ 83। ਜਦੋਂ ਆਪਾਂ 2 into वेपर डेंसिटी ਕਰਾਂਗੇ ਸਾਡੇ ਕੋਲੇ 166 ਆ ਗਿਆ। ਠੀਕ ਹੈ ਜੀ। ਇਹ ਸਾਡੇ ਕੋਲ ਮੋਲਰ ਮਾਸ ਆ ਗਿਆ ਬੇਟੇ। ਇਸੇ ਤਰ੍ਹਾਂ ਹੁਣ ਆਪਾਂ ਐਮਪੀਰੀਕਲ ਫਾਰਮੂਲਾ ਮਾਸ ਕੱਢ ਲੈਣੇ ਆ। ਐਮਪੀਰੀਕਲ ਫਾਰਮੂਲਾ ਮਾਸ ਇੱਥੇ ਮੈਂ ਪੂਰਾ ਨਹੀਂ ਲਿਖਦਾ ਹੈਗਾ ਸ਼ਾਰਟਕਟ ਚ ਰੱਖ ਲੈਣਾ ਹੈਗਾ। ਤਾਂ ਕਾਰਬਨ ਕਿੰਨੇ ਨੇ ਦਿੱਤੇ ਸਾਨੂੰ 4 ਅਸੀਂ ਫਾਈਂਡ ਆਊਟ ਕੀਤੇ। ਇੱਕ ਕਾਰਬਨ ਦਾ 12 ਹੁੰਦਾ ਪਲੱਸ ਹਾਈਡਰੋਜਨ ਕਿੰਨੇ ਨੇ ਬੇਟੇ 3 ਇੱਕ ਹਾਈਡਰੋਜਨ ਦਾ 1 ਹੁੰਦਾ ਪਲੱਸ ਆਕਸੀਜਨ ਸਾਡੇ ਕੋਲ 2 ਇੱਕ ਆਕਸੀਜਨ ਦਾ ਕਿੰਨਾ ਹੁੰਦਾ ਵਾ 16। ਠੀਕ ਹੈ। ਤਾਂ ਸਾਡੇ ਕੋਲ ਆ ਗਿਆ 12 ਚੌਕ 48 ਪਲੱਸ 3 ਤੇ ਪਲੱਸ 32 ਤੇ 48 ਤੇ ਇਹਨਾਂ ਨੂੰ ਆਪਾਂ ਜਦੋਂ ਕਰਾਂਗੇ ਨਾ ਕੈਲਕੂਲੇਟ 12 ਪਲੱਸ 3 ਪਲੱਸ 32 ਤਾਂ ਜਦੋਂ ਇਹਨਾਂ ਨੂੰ ਕੈਲਕੂਲੇਟ ਕਰਾਂਗੇ ਨਾ ਤਾਂ ਸਾਡੇ ਕੋਲੇ ਕਿੰਨਾ ਬਣ ਜਾਣਾ ਬਈ ਸਾਡੇ ਕੋਲ 83 ਬਣ ਰਿਹਾ। ਫਿਰ ਇਹ ਵੀ ਸਾਡੇ ਕੋਲ ਕਿੰਨਾ ਆ ਗਿਆ ਬਈ 83 ਮੈਨੂੰ ਲੱਗਦਾ ਇਸ ਤੋਂ ਦੱਸਦਾ ਹੋਣਾ ਹੈਗਾ। ਠੀਕ ਆ। ਤਾਂ 83 ਜਿਹੜਾ ਇਹਦਾ ਕੀ ਆ ਗਿਆ ਆਪਣੇ ਕੋਲੇ ਐਮਪੀਰੀਕਲ ਫਾਰਮੂਲਾ ਮਾਸ ਆ ਗਿਆ। ਤਾਂ ਅੱਗੇ ਬੇਟੇ ਸਾਨੂੰ n ਦੀ ਵੈਲਿਊ ਕੱਢਣੀ ਆਉਂਦੀ ਹੈ। n ਦੀ ਵੈਲਿਊ ਕਿੰਨੀ ਹੁੰਦੀ ਹੈ ਬਈ n ਦੀ ਵੈਲਿਊ ਮੈਂ ਤੁਹਾਨੂੰ ਦੱਸੀ ਮੋਲੀਕੂਲਰ ਮਾਸ ਇੱਥੇ ਫਾਰਮੂਲਾ ਮੈਂ ਫੇਰ ਨਹੀਂ ਲਿਖ ਰਿਹਾ ਤੁਸੀਂ ਲਿਖਣਾ ਹੈਗਾ ਫਾਰਮੂਲਾ। ਠੀਕ ਹੈ। ਤਾਂ ਮੋਲੀਕੂਲਰ ਮਾਸ 166 ਹੈ ਔਰ ਐਮਪੀਰੀਕਲ ਫਾਰਮੂਲਾ ਮਾਸ ਉਹਨੂੰ ਡਿਵਾਈਡ ਕਰਨਾ ਆਪਾਂ ਤਾਂ n ਦੀ ਵੈਲਿਊ ਕਿੰਨੀ ਆ ਗਈ ਬੇਟੇ 2 ਆ ਗਈ। ਤਾਂ ਤੁਸੀਂ ਇਹ ਐਮਪੀਰੀਕਲ ਫਾਰਮੂਲੇ ਦੇ ਨਾਲ ਆਹ ਹਟਾ ਕੇ ਇੱਥੇ ਦੁਬਾਰਾ ਕਰ ਦੇਣਾ ਹੈਗਾ ਮੋਲੀਕੂਲਰ ਫਾਰਮੂਲਾ ਕੱਢ ਦੇਣਾ। ਠੀਕ ਹੈ। और मॉलिक्यूलर फार्मूला देखो की बन गया मॉलिक्यूलर फार्मूला इज इक्वल टू n इनटू एम्पिरिकल फार्मूला। ठीक है। लिख लो ਤੁਸੀਂ पूरा एम्पिरिकल n ਸਾਡੇ ਕੋਲ 2 आई है एम्पिरिकल फार्मूला ਸਾਡੇ ਕੋਲ ਆਇਆ C4H3O2। ठीक है जी। और मैं ਤੁਹਾਨੂੰ ਕਿਹਾ ਸੀ ਆ ਸਾਰਾ ਉਹਨਾਂ ਦੇ ਪੈਰਾਂ ਦੇ ਵਿੱਚ ਮਲਟੀਪਲਾਈ ਕਰ ਦੇਣਾ ਤਾਂ ਬਣ ਗਿਆ ਸਾਡੇ ਕੋਲ C8H6O4 ਇਹ ਸਾਡੇ ਕੋਲ ਬੇਟੇ ਕੀ ਆ ਗਿਆ मॉलिक्यूलर फार्मूला आ गया। ठीक है। कैलकुलेट करके ਤੁਸੀਂ ਇਸ ਚੀਜ਼ ਨੂੰ ਕੱਢ ਦੇਣਾ। ਕੰਮ ਅਸੀਂ ਕੁਝ ਵੀ ਨਹੀਂ ਕੀਤਾ ਹੈਗਾ ਬਸ ਸਾਨੂੰ ਇੱਕ ਪਰਸੈਂਟੇਜ ਨਹੀਂ ਦਿੱਤੀ ਸੀ ਉਹ ਅਸੀਂ ਪਰਸੈਂਟੇਜ ਕੱਢੀ ਹੈ। ਦੂਸਰੀ ਗੱਲ ਹੈ ਜਿਹੜੀ ਸਾਡੇ ਕੋਲ ਵੇਪਰ ਡੈਂਸਿਟੀ ਸੀ ਉਹਨੂੰ ਅਸੀਂ 2 ਨਾਲ ਮਲਟੀਪਲਾਈ ਕਰਕੇ ਉਹਨੂੰ ਮੋਲੀਕੂਲਰ ਮਾਸ ਬਣਾਇਆ। ਤੀਜੀ ਗੱਲ ਅਸੀਂ ਇਹ ਕੀਤੀ ਸੀ ਵੀ ਜਦੋਂ ਇਦਾਂ ਕੱਟ ਕੋਈ ਵਿੱਚ ਵਿਚਾਲੇ ਆ ਜੇ ਹੋਲ ਨੰਬਰ ਰੇਸ਼ੋ ਬਣਾਉਣ ਦੇ ਵਿੱਚ ਪ੍ਰੋਬਲਮ ਆਉਂਦੀ ਹੋਵੇ ਤਾਂ ਉਹਨੂੰ ਡਬਲ ਕਰ ਦੇਈਦਾ।
जेकर बेटे 1.3 कुछ आया होंदा तो इसे ट्रिपल कर सकते थे, ठीक है। उस तरह तुसीं देख लेना। तो मैनूं लगदा बेटे तुहानूं ये टॉपिक चंगी तरह समझ आ गया होगा। और जेकर किसी को हाले भी कोई प्रॉब्लम है तो कमेंट करके दसो। इस वीडियो को लाइक करो, शेयर करो, कमेंट करके दसो तुहानूं किस तरह की वीडियो लगती है। चैनल को वध तो वध सबसक्राइब करो। इक्को एक अपना पंजाबी दी केमिस्ट्री पढ़ाने वाला चैनल है, इस नूं आपां दूर तक पहुंचाइए। शुक्रिया, मेहरबानी।